गुरु जी दी साजी नवाजी। गुरु रूप खालसा साध संगत जीओ। वाहिगुरु जी का खालसा, वाहिगुरु जी की फतेह। गुरमुख प्यारिओ, जो आज गुरुद्वारा प्रभ मिलने का चाहो, ब्रह्म ज्ञान केंद्र रौली रोड मोगा विखे धन धन साहब श्री गुरु अर्जन देव जी महाराज उन्हां वल्लों जैत श्री राग दे अंदर उचारण किए हुए जो वचन धन धन साहब श्री गुरु ग्रंथ साहब महाराज की बाणी के अंदर जो दर्ज हैं, वो आपां सारियां ने सरवण कीते हैं। जिस अंदर सतगुरु फरमान करते हैं, श्लोक दया करन दुख हरन उजरंग नाम कीर्तन। जो मालिक निरंकार सारियां ते दया करने वाला है, जो मालिक निरंकार सारियां दे दुखां नूं खत्म करने वाला है, उस मालिक निरंकार दी दयाल दी दुख हरन दी हरन वाले मालिक दी कीर्ति नाम दी महिमा उचारण करनी है। जिहड़ा भी जीव उस मालिक निरंकार दे नाम दी आराधना करता है, जिहड़ा भी जीव उस मालिक निरंकार दे नाम दी वडियाई करता है, पातशाह सानू गुरबाणी राहीं ज्ञान दिंदे हन। दयाल पुरख भगवान है, नानक लिप्त न माया। वो मालिक निरंकार जो दयाल है, जिसनों पुरख भी कह दिता, जिसनों भगवान भी कह दिता, प्रभु भी कह दिता। महाराज गुरबाणी दे विच सानू समझाउंदे ने, उस मालिक निरंकार दी सिफत सलाह करने वाले, उस मालिक निरंकार दे नाम दी महिमा करने वाले, कीर्ति करने वाले जीव दे जिहड़ा ये मन है ना, उहदे ते फिर माया दा कोई असर नहीं हुंदा। वो माया दे मोह तो, वो माया दे जाल तो निर्लेप हो जाता है। क्योंकि महाराज गुरबाणी दे विच स्पष्ट सानू दसदे ने, जिहड़ी माया है ये जीव नूं घुमन घेरी दे विच पाई रखदी है। ये माया दे कारण ही मालिक निरंकार दे चरनां तो साडा मन जिहड़ा दूर हो जाता है। तां ही सानू जिन्हां जीवां नूं समझ आई, साडे मनां नूं उन्हां ने समझाया, इन माया जगदीश गुसाई तुमरे चरण बिसारे। माया ही है जिसने सानू तेरे चरनां तो दूर कर दिता है। ते जिहड़े जीव नूं सोझी आ जांदी, जिहड़े जीव नूं ज्ञान आ जांदा, उस मालिक निरंकार दी कीर्ति करनी शुरू कर दिंदा।
ਤੇ ਪਾਤਸ਼ਾਹ ਦਿਆਲ ਹੈ। ਉਸ ਦੇ ਕੀਤੇ ਹੋਏ ਪਿਛਲੇ ਸਾਰੇ ਹੀ ਗੁਨਾਹ ਜਿਹੜੇ ਮਾਫ਼ ਕਰ ਦਿੰਦਾ ਹੈ ਤੇ ਉਹਦੇ ਮਾਇਆ ਤੇ ਫਿਰ ਇਹ ਮਾਇਆ ਦਾ, ਉਹਦੇ ਮਨ ਤੇ ਫਿਰ ਇਹ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਮਾਇਆ ਉਸਦਾ ਫਿਰ ਕੁਝ ਨਹੀਂ ਵਿਗਾੜ ਸਕਦੀ। ਉਹ ਜਿਹੜਾ ਮਨ ਹੈ ਉਹ ਮਾਇਆ ਦੇ ਵਿੱਚ ਫਿਰ ਫਸਦਾ ਨਹੀਂ, ਲਿਪਤ ਨਹੀਂ ਹੁੰਦਾ। ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਨ ਦੇ ਨਾਲ ਹੀ ਸਾਡੇ ਮਨ ਨੂੰ ਸੰਤੋਖ ਆ ਜਾਂਦਾ। ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਨ ਦੇ ਨਾਲ ਹੀ ਸਾਡੇ ਸਰਵਣਾ ਨੂੰ ਸੰਤੋਖ ਆ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਹਾਂ, ਉਸ ਮਾਲਕ ਨਿਰੰਕਾਰ ਦੀ ਆਵਾਜ਼ ਸਾਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਡਾ ਮਨ ਮਾਇਆ ਤੋਂ ਰਹਿਤ ਹੋ ਜਾਂਦਾ, ਉਹ ਮਾਲਕ ਨਿਰੰਕਾਰ ਨੂੰ ਦੇਖ ਕੇ ਸਾਡੇ ਨੇਤਰਾਂ ਨੂੰ ਸੰਤੋਖ ਆ ਜਾਂਦਾ ਹੈ। ਤੇ ਜਿਹੜਾ ਸਾਡਾ ਇਹ ਮਨ ਅਗਨ ਵਿੱਚ ਚੱਲਦਾ ਸੀ, ਤ੍ਰਿਸ਼ਨਾ ਦੀ ਅਗਨ ਇਸ ਨੂੰ ਸਾੜਦੀ ਸੀ, ਚਾਹੇ ਸਾਡਾ ਇਹ ਮਨ ਇਹ ਅਗਨ ਦੀਆਂ ਨਦੀਆਂ ਵਿੱਚ ਚੱਲਦਾ ਸੀ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਪਾਤਸ਼ਾਹ ਦੱਸ ਰਹੇ ਨੇ, ਅੰਤਰ ਪੰਚ ਅਗਨ ਕਿਉ ਧੀਰਜ ਤੀਜਾ। ਇਹ ਜਿਹੜੇ ਸਾਡੇ ਅੰਦਰ ਰਾਤ ਦਿਨ ਇਹ ਅਗਨ ਚੱਲ ਰਹੀ ਸੀ, ਇਹ ਵਿਚਾਰਾਂ ਵਿੱਚ ਸਾਡਾ ਮਨ ਚੱਲ ਰਿਹਾ ਸੀ, ਮਨ ਨੂੰ ਸੰਤੋਖ ਨਹੀਂ ਸੀ। ਲੇਕਿਨ ਜਦੋਂ ਅਸੀਂ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਹਾਂ, ਵਡਿਆਈ ਕਰਦੇ ਹਾਂ, ਤੇ ਉਹ ਮਾਲਕ ਨਿਰੰਕਾਰ ਆਪ ਫਿਰ ਸਾਨੂੰ ਇਹਨਾਂ ਅਗਨਾਂ ਤੋਂ ਬਚਾਉਂਦਾ ਹੈ। ਉਹ ਆਪ ਫਿਰ ਸਾਨੂੰ ਰੱਖਿਆ ਕਰਦਾ ਹੈ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਕਹਿੰਦੇ ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਹੜੀ ਅੰਦਰ ਫਿਰ ਅਗਨ ਚੱਲਦੀ ਹੈ ਲਗਾਤਾਰ, ਇਹ ਪਾਤਸ਼ਾਹ ਕਹਿੰਦੇ ਸਾਡੀ ਫਿਰ ਬੁਝ ਗਈ। ਮਨ ਸਾਡਾ ਇਹਨਾਂ ਪੰਜਾਂ ਤੋਂ ਰਹਿਤ ਹੋ ਗਿਆ, ਮਨ ਤ੍ਰਿਸ਼ਨਾ ਤੋਂ ਰਹਿਤ ਹੋ ਗਿਆ। ਉਸ ਮਾਲਕ ਨਿਰੰਕਾਰ ਨੇ ਫਿਰ ਆਪ ਕਿਰਪਾ ਕੀਤੀ ਹੈ, ਆਪ ਸਾਡੀ ਰੱਖਿਆ ਕੀਤੀ ਹੈ। ਤਾਂ ਹੀ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਿਹੜਾ ਮਾਲਕ ਨਿਰੰਕਾਰ ਸਾਰੀ ਸ੍ਰਿਸ਼ਟੀ ਨੂੰ ਉਪਾਇਆ, ਜਿਸਨੇ ਪੈਦਾ ਕੀਤਾ ਹੈ, ਤੇ ਜਿਹੜਾ ਉਹਦੀ ਕੀਰਤੀ ਕਰਨ ਦੇ ਨਾਲ ਫਿਰ ਉਹ ਰੱਖਿਆ ਕਰਦਾ ਹੈ, ਪਾਤਸ਼ਾਹ ਕਹਿੰਦੇ ਹੋਰ ਨਹੀਂ ਕਰ ਸਕਦਾ। ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਨੀ, ਉਸਦਾ ਜਾਪ ਕਰਨਾ ਹੈ। ਗੁਰਬਾਣੀ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਜਿਸਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਜਿਸਨੇ ਸਾਨੂੰ ਇਹ ਮਾਨਸ ਜਨਮ ਦਿੱਤਾ, ਇਹ ਵਡਿਆਈ ਦਿੱਤੀ, ਪਾਤਸ਼ਾਹ ਕਹਿੰਦੇ ਆ ਉਸ ਮਾਲਕ ਨਿਰੰਕਾਰ ਦਾ ਜਾਪ ਕਰਨਾ, ਉਸ ਮਾਲਕ ਨਿਰੰਕਾਰ ਦਾ ਸਿਮਰਨ ਕਰਨਾ ਹੈ। ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਤੇ ਫਿਰ ਮਾਲਕ ਨਿਰੰਕਾਰ ਜਦੋਂ ਖੁਸ਼ ਹੋ ਜਾਂਦਾ, ਦਿਆਲ ਹੋ ਜਾਂਦਾ, ਜਿਸ ਵੀ ਜੀਵ ਤੇ ਪਾਤਸ਼ਾਹ ਕਹਿੰਦੇ ਆ ਉਹਦਾ ਮਨ ਜਿਹੜਾ ਹੈ ਇਹ ਮਾਇਆ ਤੋਂ ਰਹਿਤ ਹੋ ਜਾਂਦਾ। ਮਾਇਆ ਉਸਦਾ ਕੁਛ ਵਿਗਾੜ ਨਹੀਂ ਸਕਦੀ। ਕੋਟ ਅਗਾ ਗਏ ਨਾਸ, ਹਰ ਇੱਕ ਧਿਆਇਆ। ਜਦੋਂ ਉਸ ਇੱਕ ਮਾਲਕ ਨੂੰ, ਇੱਕ ਨਿਰੰਕਾਰ ਨੂੰ ਅਸੀਂ ਧਿਆਉਣਾ ਸ਼ੁਰੂ ਕਰ ਦਿੰਦੇ ਹਾਂ, ਤੇ ਪਾਤਸ਼ਾਹ ਕਹਿੰਦੇ ਸਾਡੇ ਕਰੋੜਾਂ ਹੀ ਜਿਹੜੇ ਪਾਪ ਨੇ ਇਹ ਖਤਮ ਹੋ ਜਾਂਦੇ ਨੇ। ਸਤਿਗੁਰ ਦੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ, ਸਾਨੂੰ ਸੋਝੀ ਦਿੱਤੀ ਹੈ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਸਾਡੇ ਜਿਹੜੇ ਕੀਤੇ ਹੋਏ ਕਰਮ ਨੇ, ਪਾਤਸ਼ਾਹ ਕਹਿੰਦੇ ਇਹ ਗੁਰੂ ਦਾ ਸ਼ਬਦ ਇਸ ਨੂੰ ਖਤਮ ਕਰ ਦਿੰਦਾ ਹੈ, ਪਾਪਾਂ ਨੂੰ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਜਿਹੜਾ ਅਸੀਂ ਉਸ ਮਾਲਕ ਨਿਰੰਕਾਰ ਨੂੰ ਧਿਆਉਂਦੇ ਹਾਂ, ਕੋਈ ਰਾਮ ਕਹਿ ਕੇ, ਕੋਈ ਵਾਹਿਗੁਰੂ ਕਹਿ ਕੇ, ਕੋਈ ਅੱਲਾ ਕਹਿ ਕੇ, ਵੱਖ ਵੱਖ ਨਾਵਾਂ ਦੇ ਨਾਲ,
ਇਹ ਗੁਰੂ ਦਾ ਸ਼ਬਦ, ਇਹ ਗੁਰੂ ਦਾ ਮੰਤਰ ਜਦੋਂ ਅਸੀਂ ਧਿਆਇਆ, ਜਦੋਂ ਅਸੀਂ ਜਪਦੇ ਹਾਂ ਤੇ ਪਾਤਸ਼ਾਹ ਕਹਿੰਦੇ ਆ ਸਾਡੇ ਕਰੋੜਾਂ ਜਿਹੜੇ ਕਰਮ ਨੇ, ਪਾਪ ਨੇ, ਇਹ ਖਤਮ ਹੋ ਜਾਂਦੇ ਹਨ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ਜਿਹੜੇ ਜੀਵ ਸਿਮਰਨ ਕਰਕੇ ਉਸ ਹਰੀ ਦੇ ਜਨ ਬਣ ਜਾਂਦੇ ਹਨ, ਉਸ ਹਰੀ ਦੇ ਸੇਵਕ ਬਣ ਜਾਂਦੇ ਹਨ, ਉਸ ਹਰੀ ਦੇ ਦਾਸ ਬਣ ਜਾਂਦੇ ਹਨ, ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ, ਸੰਗ ਕਰਦਿਆਂ ਹੋਇਆਂ ਉਹ ਸਾਨੂੰ ਸ਼ਬਦ ਦੇ ਵਿਚਾਰ ਸੁਣਾਉਂਦੇ ਨੇ। ਉਹਨਾਂ ਦੇ ਬਚਨਾਂ ਦੀ ਧੂਰੀ ਜਿਹੜੀ ਹੈ, ਜਿਹੜੇ ਸਾਡੇ ਮਨ ਦੇ ਨਾਲ ਨਾਲ ਸਾਡੇ ਇਸ ਸਰੀਰ ਨੂੰ ਵੀ ਨਿਰਮਲ ਕਰ ਦਿੰਦੀ ਹੈ। ਤਾਈਓ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਨੇ, ਆਪਾਂ ਨੂੰ ਸੋਝੀ ਦਿੰਦੇ ਨੇ। ਕਹਿੰਦੇ ਜੇ ਆਪਣੇ ਮਨ ਨੂੰ, ਆਪਣੇ ਤਨ ਨੂੰ ਧੋਣਾ ਹੈ ਤੇ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ ਜਾਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣੋ, ਜਿਸ ਨਾਲ ਤੁਹਾਡਾ ਮਨ, ਤੁਹਾਡਾ ਤਨ, ਇਹ ਦੋਵੇਂ ਸ਼ੁੱਧ ਹੋ ਜਾਂਦੇ ਹਨ। ਪਾਤਸ਼ਾਹ ਕਹਿੰਦੇ ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਉਹ ਸੰਤ ਜਨ, ਹਰੀ ਦੇ ਜਨ ਸਾਨੂੰ ਉਹ ਸਤਿਗੁਰ ਦਾ ਉਪਦੇਸ਼, ਮਿਲਾਪ ਦਾ ਮਾਰਗ ਦੱਸਦੇ ਨੇ, ਅਸੀਂ ਉਸਨੂੰ ਧਿਆਨ ਨਾਲ ਸੁਣਦੇ ਹਾਂ ਤੇ ਜਿਹੜੇ ਇਹ ਵਿਚਾਰਾਂ ਕਰਕੇ ਸਾਡਾ ਮਨ ਮੈਲਾ ਹੁੰਦਾ ਹੈ, ਮਨ ਅਸ਼ੁੱਧ ਹੁੰਦਾ ਹੈ, ਮਨ ਨਖਾਲਸ ਹੁੰਦਾ ਹੈ, ਇਹ ਜਿਹੜੀ ਮੈਲ ਸਾਡੀ ਖਤਮ ਹੋ ਜਾਂਦੀ ਹੈ, ਸਾਡੇ ਵਿਚਾਰ ਜਿਹੜੇ ਖਤਮ ਹੋ ਜਾਂਦੇ ਹਨ। ਤੇ ਮਹਾਰਾਜ ਤਾਂ ਹੀ ਸਾਨੂੰ ਵਾਰ-ਵਾਰ ਕਹਿੰਦੇ ਨੇ ਐਸੇ ਹਰੀ ਜਨਾਂ ਦਾ ਸੰਗ ਕਰੋ, ਐਸੇ ਹਰੀ ਦੇ ਜਨਾਂ ਤੋਂ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਸਰਵਣ ਕਰੋ, ਸ਼ਬਦ ਦੀ ਵਿਚਾਰ ਸਰਵਣ ਕਰੋ। ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ ਐਸੇ ਜੀਵਾਂ ਦਾ ਸੰਗ ਕਰਦਿਆਂ ਹੋਇਆਂ, ਉਹਨਾਂ ਦੇ ਬਚਨ ਸੁਣਦਿਆਂ ਹੋਇਆਂ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਕਿਉਂਕਿ ਉਹਨਾਂ ਨੇ ਸਾਨੂੰ ਗੱਲ ਹੀ ਉਸ ਮਾਲਕ ਨਿਰੰਕਾਰ ਨਾਲ ਕਿਵੇਂ ਮਿਲਾਪ ਕਰਨਾ, ਉਹਦਾ ਗਿਆਨ ਦੇਣਾ, ਉਹਦੀ ਸੋਝੀ ਦੇਣੀ। ਤੇ ਪਾਤਸ਼ਾਹ ਕਹਿੰਦੇ ਆ ਜਿੰਨਾ ਚਿਰ ਅਸੀਂ ਉਸ ਮਾਲਕ ਨਿਰੰਕਾਰ ਦੀ ਪ੍ਰਾਪਤੀ ਨਹੀਂ ਕਰਦੇ, ਸਾਡੇ ਮਨ ਨੂੰ ਸੰਤੋਖ ਨਹੀਂ ਆਉਂਦਾ। ਸਾਡੀਆਂ ਇਹਨਾਂ ਗਿਆਨ ਇੰਦਰੀਆਂ ਨੂੰ ਸੰਤੋਖ ਨਹੀਂ ਆਉਂਦਾ ਜਿੰਨਾ ਚਿਰ ਨੇਤਰਾਂ ਦੁਆਰਾ ਉਸਨੂੰ ਦੇਖਦੇ ਨਹੀਂ, ਕੰਨਾਂ ਦੁਆਰਾ ਉਸਨੂੰ ਸੁਣਦੇ ਨਹੀਂ, ਰਸਨਾ ਦੁਆਰਾ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਨਹੀਂ ਕਰਦੇ। ਤਾਂ ਹੀ ਪਾਤਸ਼ਾਹ ਕਹਿੰਦੇ ਆ ਸਾਨੂੰ ਗੁਰਬਾਣੀ ਦੇ ਅੰਦਰ ਭਗਤਾਂ ਨੇ, ਗੁਰਮੁਖਾਂ ਨੇ ਦੱਸਿਆ ਵੀ ਸਾਡੇ ਮਨ ਨੂੰ ਕਦੋਂ ਸੰਤੋਖ ਆਇਆ। ਪਾਤਸ਼ਾਹ ਦੇ ਬਚਨ ਨੇ, ਕਹਿੰਦੀ ਅੱਖੀ ਸੰਤੋਖੀਆਂ ਇੱਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਵ ਗਵਾਏ। ਜਦੋਂ ਸਾਡਾ ਮਾਇਆ ਦਾ ਪਿਆਰ ਖਤਮ ਹੋ ਜਾਂਦਾ, ਇਹਨਾਂ ਪੰਜਾਂ ਦਾ ਸੰਗ ਖਤਮ ਹੋ ਜਾਂਦਾ, ਉਦੋਂ ਸਾਡੇ ਮਨ ਨੂੰ ਸੰਤੋਖ ਆਉਂਦਾ ਹੈ। ਨਹੀਂ ਤਾਂ ਇਹ ਸਾਨੂੰ ਵਿਚਾਰਾਂ ਦੇ ਵਿੱਚ, ਤ੍ਰਿਸ਼ਨਾਵਾਂ ਦੇ ਵਿੱਚ ਅੱਗੇ ਅੱਗੇ ਲਈ ਜਾਂਦੇ ਹਨ। ਇਹ ਤ੍ਰਿਸ਼ਨਾ ਦੀ ਅੱਗ ਕਿਸੇ ਦੀ ਨਹੀਂ ਬੁਝੀ। ਤਾਂ ਹੀ ਉਹ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ। ਵਿਰਲੇ ਜੀਵ ਜਿਹੜੇ ਸੰਗਤ ਕਰਦੇ ਨੇ, ਜਿਹੜੇ ਸਿਮਰਨ ਕਰਦੇ ਨੇ, ਉਹਨਾਂ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ। ਉਹਨਾਂ ਦੇ ਮਨ ਨੂੰ ਸੰਤੋਖ ਆਉਂਦਾ, ਉਹਨਾਂ ਦੇ ਮਨ ਨੂੰ ਸੁੱਖ ਮਿਲਦਾ। ਜਿਵੇਂ ਭਗਤ ਜੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਰਸਨਾ ਰਮਤ ਸੁਣਤ ਸੁਖ ਸਰਵਣਾ, ਚਿੱਤ ਚੇਤੈ ਸੁਖ ਹੋਈ। ਕਹੋ ਭੀਖਣ ਦੋਇ ਨੈਣ ਸੰਤੋਖੈ, ਜਤ ਦੇਖੋ ਤਤ ਸੋਈ। ਇਹਨਾਂ ਨੂੰ ਸੰਤੋਖ ਆ ਗਿਆ, ਜਿੱਧਰ ਵੀ ਵੇਖਦੇ ਆ ਜਦੋਂ ਮਾਲਕ ਨਿਰੰਕਾਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਫਿਰ ਇਹਨਾਂ ਨੂੰ ਸੰਤੋਖ ਆਉਂਦਾ ਹੈ। ਤੇ ਜਿਹੜੇ ਜੀਵਾਂ ਨੇ ਮਾਲਕ ਨਿਰੰਕਾਰ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਦੇ ਮਨ ਅਤੇ ਤਨ ਨੂੰ ਸੰਤੋਖ ਆ ਗਿਆ ਮਾਲਕ ਨਿਰੰਕਾਰ ਨਾਲ ਮਿਲਾਪ ਕਰਕੇ, ਪਾਤਸ਼ਾਹ ਕਹਿੰਦੇ ਆ ਉਹ ਆਪ ਤਾਂ ਇਸ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ, ਉਹ ਆਪ ਤਾਂ ਮੁਕਤ ਹੋ ਜਾਂਦੇ ਨੇ, ਆਪ ਤਾਂ ਤਰ ਜਾਂਦੇ ਨੇ। ਲੇਕਿਨ
ਨਾਲ ਨਾਲ ਉਹ ਵਡਿਆਈ ਐਸੇ ਗੁਰਮੁਖਾਂ ਨੂੰ ਦਿੱਤੀ ਹੈ, ਐਸੇ ਭਗਤਾਂ ਨੂੰ ਦਿੱਤੀ ਹੈ, ਜਿਹੜਾ ਵੀ ਉਹਨਾਂ ਦਾ ਸੰਗ ਕਰਦਾ ਹੈ, ਜਿਹੜਾ ਵੀ ਉਹਨਾਂ ਦਾ ਸੰਗ ਕਰਦਿਆਂ ਹੋਇਆਂ ਸ਼ਬਦ ਦਾ ਅਭਿਆਸ ਕਰਦਾ ਹੈ, ਐਸੇ ਮਨੁੱਖਾਂ ਦੀ ਸੰਗਤ ਵਿੱਚ ਪਰਿਵਾਰ ਸਾਰਾ ਕੁਟੁੰਬ ਜਿਹੜਾ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਿਹੜੇ ਜੀਵ, ਜਿਹੜੇ ਲੋਕ ਉਹਨਾਂ ਦਾ ਸੰਗ ਕਰਦੇ ਨੇ, ਉਹ ਵੀ ਉਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਤੇ ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਉਸ ਜੀਵਾਂ ਦੀਆਂ ਸਾਰੀਆਂ ਕੁਲਾਂ ਹੀ ਤਰ ਜਾਂਦੀਆਂ ਹਨ। ਕੁਲਾਂ ਨੂੰ ਤਾਰਨ ਵਾਲਾ ਗੁਰਮੁਖ ਜਨ ਬਣ ਜਾਂਦਾ ਹੈ ਜਦੋਂ ਉਹ ਮਾਲਕ ਨਿਰੰਕਾਰ ਦੀ ਪ੍ਰਾਪਤੀ ਕਰ ਲੈਂਦਾ ਹੈ, ਜਦੋਂ ਉਹ ਨਾਮ ਦੀ ਪ੍ਰਾਪਤੀ ਕਰ ਲੈਂਦਾ। ਤਾਂ ਹੀ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਆਪਾਂ ਨੂੰ ਸਮਝਾਉਂਦੇ ਨੇ, ਉਹ ਧਨਵੰਤ, ਉਹ ਪਾਤਸ਼ਾਹ ਕਹਿੰਦੇ ਅਸਲੀ ਧਨਵਾਨ ਹੈ, ਅਸਲੀ ਅਮੀਰ ਹੈ। ਉਹ ਪਾਤਸ਼ਾਹ ਕਹਿੰਦੇ ਪੱਤ ਵਾਲਾ ਹੈ, ਇੱਜ਼ਤ ਵਾਲਾ ਹੈ, ਜਿਹਨੂੰ ਅੰਤ ਸਮੇਂ ਜੰਮ ਕੁੱਟਦੇ ਹੋਏ ਲੈ ਕੇ ਨਹੀਂ ਜਾਂਦੇ, ਨਗਨ ਕਰਕੇ ਨਹੀਂ ਲੈ ਕੇ ਜਾਂਦੇ। ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਐਸੇ ਜੀਵਾਂ ਨੂੰ ਜਿਨ੍ਹਾਂ ਨੂੰ ਪ੍ਰਾਪਤੀ ਹੋਈ, ਉਹਨਾਂ ਦੇ ਸੰਬੰਧ ਵਿੱਚ ਪਾਤਸ਼ਾਹ ਦੱਸ ਰਹੇ, ਕਹਿੰਦੇ ਉਹ ਧਨਵੰਤ, ਕੁਲਵੰਤ, ਪਤਵੰਤ, ਕੁਲਾਂ ਨੂੰ ਧਾਰਨ ਵਾਲੇ ਨੇ, ਪਤਵੰਤੇ ਨੇ, ਧਨਵੰਤ ਨੇ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਜਿਉਂਦੇ ਜੀਵ ਮੁਕਤ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਮਾਲਕ ਨਿਰੰਕਾਰ ਵਸ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਦੇਖੋ ਤੁਸੀਂ ਆਪ ਤਾਂ ਆਪਣੇ ਜੀਵਨ ਦਾ ਲਾਹਾ ਲੈਣਾ ਹੈ, ਤੁਸੀਂ ਆਪਣੇ ਪਰਿਵਾਰ ਨੂੰ ਵੀ, ਜਿਨ੍ਹਾਂ ਦਾ ਸੰਜੋਗ ਉਸ ਮਾਲਕ ਨਿਰੰਕਾਰ ਨੇ ਤੁਹਾਡੇ ਨਾਲ ਕੀਤਾ ਹੈ, ਉਹਨਾਂ ਨੂੰ ਵੀ ਲਾਹਾ ਦੇਣਾ। ਨਾਲ ਜਿਹੜਾ ਵੀ ਜੀਵ ਤੁਹਾਡਾ ਸੰਗ ਕਰਦਾ ਹੈ, ਪਾਤਸ਼ਾਹ ਕਹਿੰਦੇ ਆ ਜਦੋਂ ਤੁਸੀਂ ਸਿਮਰਨ ਕਰਦੇ ਹੋ, ਅਭਿਆਸ ਕਰਦੇ ਹੋ, ਸਾਰਿਆਂ ਦਾ ਭਲਾ ਹੋ ਜਾਂਦਾ ਹੈ। ਇੱਥੋਂ ਤੱਕ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਨੇ, ਸਾਡੇ ਸੰਗੀ ਸਾਥੀ ਚਲੇ ਗਏ ਨੇ, ਉਹਨਾਂ ਦਾ ਵੀ ਤੁਸੀਂ ਉਧਾਰ ਕਰ ਸਕਦੇ ਹੋ। ਜਿਹੜਾ ਆਪਾਂ ਉਹਨਾਂ ਦੇ ਬਚਨ ਪੜ੍ਹਦੇ ਹਾਂ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ, ਸੋ ਤੁਮ ਹਰ ਹਰ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਕਿ ਉਸ ਮਾਲਕ ਨਿਰੰਕਾਰ ਦਾ ਸਿਮਰਨ ਕਰੋ, ਅਭਿਆਸ ਕਰੋ, ਜਿਨ੍ਹਾਂ ਦਾ ਅਭਿਆਸ ਕਰਨ ਦੇ ਨਾਲ, ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਸਾਰੇ ਸਾਡੇ ਪਾਪ ਖਤਮ ਹੋ ਜਾਂਦੇ ਨੇ, ਸਾਡੇ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ। ਵਡਿਆਈ ਹੈ ਉਸ ਮਾਲਕ ਨਿਰੰਕਾਰ ਦੀ, ਵਡਿਆਈ ਹੈ ਉਸ ਦੇ ਨਾਮ ਦੀ। ਜਿਹੜਾ ਵੀ ਜੀਵ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦਾ, ਵਡਿਆਈ ਕਰਦਾ ਆ, ਉਹ ਮਾਲਕ ਨਿਰੰਕਾਰ ਉਹਨਾਂ ਨੂੰ ਵਡਿਆਈਆਂ ਦਿਵਾਉਂਦੇ ਨੇ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ, ਜਿਹੜਾ ਆਪਾਂ ਨੂੰ ਅੱਜ ਉਪਦੇਸ਼ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਹੈ। ਅੱਜ ਸਾਨੂੰ ਉਹਨਾਂ ਨੇ ਉਪਦੇਸ਼ ਕੀਤਾ ਵੀ ਤੁਸੀਂ ਜਿਸ ਮਾਇਆ ਕਰਕੇ ਵਾਰ-ਵਾਰ ਜਨਮ ਮਰਨ ਦੇ ਵਿੱਚ ਆਉਂਦੇ ਹੋ, ਇਹਨਾਂ ਤੋਂ ਤੁਸੀਂ ਮੁਕਤ ਹੋ ਸਕਦੇ ਹੋ। ਜਿਹੜੇ ਤੁਹਾਡੇ ਕੀਤੇ ਹੋਏ ਪਾਪ ਨੇ, ਮਨ ਮੈਲਾ ਹੋ ਚੁੱਕਾ, ਇਸ ਨੂੰ ਸ਼ੁੱਧ ਕਰ ਸਕਦੇ ਹੋ ਤੇ ਆਪਣਾ ਆਉਣਾ ਜਾਣਾ ਸੰਸਾਰ ਦੇ ਵਿੱਚੋਂ ਖਤਮ ਕਰ ਸਕਦੇ ਹੋ। ਆਪਣੇ ਪਰਿਵਾਰ ਦਾ ਜਿਹੜਾ ਸੁਧਾਰ ਕਰ ਸਕਦੇ ਹੋ, ਉਹਨਾਂ ਨੂੰ ਉਤਾਰ ਸਕਦੇ ਹੋ। ਉਹਦੇ ਵਾਸਤੇ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰੋ, ਵਡਿਆਈ ਕਰੋ। ਉਹ ਫਿਰ ਆਪਾਂ ਨੂੰ ਜਿਹੜਾ ਇਹ ਗਿਆਨ ਸ਼ਬਦਾਂ ਵਿੱਚ ਦਿੱਤਾ ਤੇ ਸਿਫਤ ਸਲਾਹ ਕਰਨੀ ਕਿਵੇਂ ਹੈ, ਸਤਿਗੁਰੂ ਦੀ ਬਾਣੀ ਦੇ ਰਾਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਂਪੁਰਖਾਂ ਨੇ ਆਪਾਂ ਨੂੰ ਇਹ ਸਮਝਾਇਆ। ਸੋ ਆਪਾਂ ਸਾਰਿਆਂ ਨੇ ਇਹ ਗਿਆਨ ਨੂੰ ਹਿਰਦੇ ਵਿੱਚ ਵਸਾਉਣਾ ਤੇ ਸਦੀਵੀਂ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਰਹਿਣਾ ਹੈ, ਸਦਾ ਉਸ ਨੂੰ ਧਿਆਉਂਦੇ ਰਹਿਣਾ ਜਿਹੜਾ ਆਪਾਂ ਨੂੰ ਭੇਦ ਦੇ ਦਿੱਤਾ। ਸੋ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਗੁਰੂ ਬਖਸ਼ਣ ਜੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।